ਹੈਲੋ ਦੋਸਤੋ, ਸਾਡੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਮੋਸਟ ਵੈਲਕਮ, ਜੀ ਆਇਆਂ ਨੂੰ ਕਹਿੰਦੇ ਹਾਂ। ਦੋਸਤੋ, ਤੁਸੀਂ ਪਿਛਲੀ ਕਲਾਸ ਨੂੰ ਬਹੁਤ ਪਿਆਰ ਦਿੱਤਾ, ਬਹੁਤ ਸਨੇਹ ਦਿੱਤਾ, ਬਹੁਤ ਮਜ਼ਾ ਆਇਆ ਤੁਹਾਡਾ ਰਿਸਪੌਂਸ ਦੇਖ ਕੇ, ਤੁਹਾਡੇ ਕਮੈਂਟ ਦੇਖ ਕੇ, ਜਵਾਬ ਦਿੱਤੇ ਕਮੈਂਟ ਰਾਹੀਂ ਤੇ ਜਿਹੜੀਆਂ ਗੱਲਾਂ ਤੁਸੀਂ ਪੁੱਛੀਆਂ ਦੱਸਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਕਾਫੀ ਬੱਚਾ ਦੇ ਸਵਾਲ ਸੀ ਕਿ ਵੈਕੈਂਸੀ ਜਿਹੜੀ ਹੈ ਪੰਜਾਬ ਹਾਰਟੀਕਲਚਰ, ਪੰਜਾਬ ਲਾਇਬ੍ਰੇਰੀਅਨ ਦੀ ਕੁਝ ਵੈਕੈਂਸੀਆਂ ਆਈਆਂ ਵੀ ਹੋਈਆਂ ਨੇ, ਜਿਵੇਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਵੈਕੈਂਸੀ ਜਿਹੜੀ ਹੈ ਹੁਣ ਅਨਾਉਂਸ ਹੋਈ ਹੈ, ਤਾਂ ਉਹਦੇ ਫਾਰਮ ਸਟਾਰਟ ਹੋ ਚੁੱਕੇ ਹਨ। ਠੀਕ ਹੈ, ਤੇ ਕਾਫੀ ਵੈਕੈਂਸੀਆਂ ਦੇ ਫਾਰਮ ਨਿਕਲ ਚੁੱਕੇ ਹਨ, ਜਿਵੇਂ ਹਾਰਟੀਕਲਚਰ ਦਾ ਨਿਕਲ ਚੁੱਕਿਆ ਹੈ, ਲਾਇਬ੍ਰੇਰੀਅਨ ਦਾ ਨਿਕਲ ਚੁੱਕਿਆ ਹੈ ਨਾ। ਕਾਫੀ ਵੈਕੈਂਸੀਆਂ ਦੇ ਐਗਜ਼ਾਮ ਜਿਹੜੇ ਹਨ, ਫਾਰਮ ਜਿਹੜੇ ਹਨ ਨਿਕਲ ਚੁੱਕੇ ਹਨ, ਡੇਟਸ ਵਗੈਰਾ ਤੇ ਕਾਫੀ ਦੀ ਚੱਲ ਵੀ ਰਹੀ ਹੈ। ਜਿਵੇਂ ਪਰਸੋਂ ਇੱਕ ਦੋ ਦਿਨ ਪਹਿਲੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਵੈਕੈਂਸੀ ਆਈ ਹੈ ਦੋਸਤੋ, ਉਹਦੇ ਤੇ ਵੀ ਤੁਸੀਂ ਚਰਚਾ ਕਰ ਸਕਦੇ ਹੋ, ਉਹਦੇ ਤੇ ਵੀ ਉਹਦੀ ਤਿਆਰੀ ਵੀ ਤੁਸੀਂ ਕਰ ਸਕਦੇ ਹੋ। ਠੀਕ ਹੈ, ਇਹ ਜਿਹੜੀ ਆਪਣੀ ਕਲਾਸ ਹੈ, ਇਹ ਆਪਣੀ ਮੈਥ ਦੀ ਕਲਾਸ ਹੈ। ਇਹ ਪੂਰੀ ਦੀ ਪੂਰੀ ਸਮਰਪਿਤ ਕਿਹਨੂੰ ਹੈ ਦੋਸਤੋ? ਜਿਹੜਾ PSSB ਬੋਰਡ ਹੈ ਦੋਸਤੋ, ਉਹਦੇ ਵਿੱਚ ਜਿੰਨੀਆਂ ਵੀ ਵੈਕੈਂਸੀਆਂ ਹਨ, ਉਹਦੇ ਵਿੱਚ ਜਿਹੜੀ ਵੀ ਮੈਥ ਤੇ ਰੀਜ਼ਨਿੰਗ ਦਾ ਪਾਰਟ ਆਣਾ ਹੈ, ਇਹ ਕਲਾਸ ਉਨ ਸਭ ਬੱਚਿਆਂ ਵਾਸਤੇ ਹੈ। ਦਿਲ ਲਗਾ ਕੇ ਪੜੋ, ਸੇਮ ਟੂ ਸੇਮ ਹੂਬਹੂ ਸਵਾਲ ਤੁਹਾਨੂੰ ਮਿਲਣਗੇ। ਇਸ ਤੋਂ ਪਹਿਲੇ ਪਿਛਲੀ ਕਲਾਸ ਲਾ ਲਿਓ, ਤੇ ਇਸ ਕਲਾਸ ਨੂੰ ਲਾਉਣ ਤੋਂ ਪਹਿਲੇ ਇੱਕ ਕਲਾਸ ਪਹਿਲੇ ਹੈ ਉਹ ਲਾ ਲਿਓ। ਹੁਣ ਆਪਾਂ ਨੈਕਸਟ ਸਵਾਲਾਂ ਤੇ ਵੱਧਦੇ ਹਾਂ, ਤੇ ਕੁਐਸਚਨ ਸਾਡੇ ਕੋਲ ਹੈ ਤੇ ਆਪਾਂ ਇਸ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ, ਕੁਐਸਚਨ ਹੈ, ਦੋ ਸਕਾਰਾਤਮਕ ਸੰਖਿਆਵਾਂ 11:12 ਦੇ ਅਨੁਪਾਤ ਵਿੱਚ ਹਨ, ਉਹਨਾਂ ਦਾ ਗੁਣਨਫਲ 4752 ਹੈ। ਸਭ ਤੋਂ ਛੋਟੀ ਸੰਖਿਆ ਕੀ ਹੈ? ਸਭ ਤੋਂ ਛੋਟੀ ਸੰਖਿਆ ਕੀ ਹੈ? two positive numbers are in the ratio 11:12. their product is 4752. what is the smallest number? ਸਭ ਤੋਂ ਛੋਟਾ ਨੰਬਰ ਕੀ ਹੈ? ਬਿਲਕੁਲ ਸਿੰਪਲ ਜਿਹਾ ਸਵਾਲ ਹੈ। ਦੋ ਨੰਬਰ ਹਨ 11:12। ਠੀਕ ਹੈ, ਇਹ ਰੇਸ਼ੋ ਹੈ, ਇਸ ਨੂੰ ਨੰਬਰ ਵਿੱਚ ਕਨਵਰਟ ਕਰ ਲਓ, 11x ਤੇ 12x। ਇਹਨਾਂ ਦਾ ਗੁਣਨਫਲ ਕਿੰਨਾ ਦੇ ਰੱਖਿਆ? 4752 ਦੇ ਰੱਖਿਆ ਹੈ। ਇਹਨਾਂ ਦਾ ਗੁਣਨਫਲ ਕੀ ਦੇ ਰੱਖਿਆ ਆਪਾਂ ਨੂੰ? 4752। ਇੱਥੋਂ ਆਪਾਂ x ਦੀ ਵੈਲਿਊ ਕੱਢ ਲਾਂਗੇ, ਜਿਹੜੀ ਵੈਲਿਊ ਆਏਗੀ ਉਸ ਨੂੰ ਸਮੋਲੈਸਟ ਪੁੱਛਿਆ ਤਾਂ ਸਮੋਲੈਸਟ ਨਾਲ ਮਲਟੀਪਲਾਈ, ਲਾਰਜੈਸਟ ਪੁੱਛਿਆ ਤਾਂ ਲਾਰਜੈਸਟ ਨਾਲ ਮਲਟੀਪਲਾਈ। ਹੁਣ x ਨੂੰ x ਨਾਲ ਕਰਾਂਗੇ, ਇਹ ਤਾਂ ਹੋ ਜਾਏਗਾ x ਸਕੁਆਇਰ 4752। 11 ਗੁਣਾ ਵਾਲਾ ਇਧਰ ਭਾਗ ਵਿੱਚ, 12 ਗੁਣਾ ਵਾਲਾ ਇਧਰ ਭਾਗ ਵਿੱਚ। 11 ਦੀ ਟੇਬਲ ਨਾਲ ਕੱਟ ਦੇਵਾਂਗੇ, ਫਿਰ 12 ਦੀ ਟੇਬਲ ਨਾਲ ਕੱਟ ਦਾਂਗੇ। 11 ਚੌਕੇ 44, 11 4 जा 44, 3 कैरी बच गया 5, 11 3 जा 33, 2 कैरी बच गया 11 2 जा। फिर 12 की टेबल नाल कट देंगे, 12 3 36, 12 6 72। एक्स स्क्वायर की वैल्यू यदि 36 आ चुकी है तो एक्स की वैल्यू आ जाएगी 6। एक्स की वैल्यू कितनी आ जाएगी? 6 आ जाएगी। तुहाडे कोल पूछा है कि सब तो छोटी संख्या, वट इज द स्मॉलेस्ट? स्मॉलेस्ट कौन है? 11x। कौन है? 11x। तो स्मॉलेस्ट नंबर के बारे यदि आप गल करिए, स्मॉलेस्ट नंबर कितना है जी? 11x। तो x की वैल्यू कितनी आई है? 6। तो अपना आंसर कितना आ जाएगा? 66। 66 इज द राइट आंसर। अपना बिल्कुल सही ते दमदार आंसर कितना आ जाएगा? 66 जेड़ा है बिल्कुल सही आंसर अपना आ जाएगा। तुसी ਇਹਦੇ नोट्स ਬਣਾਉਂਦੇ ਰਹੋ ਤੇ ਪੇਪਰ ਵਿੱਚ ਤੁਸੀਂ ਦੇਖੋਗੇ ਕਿ ਹੂਬਹੂ ਸਵਾਲ ਜਿਹੜੇ ਹਨ ਆਏ ਹੋਏ ਹਨ। ਤੇ ਪੂਰੀ ਜਾਣਕਾਰੀ ਮੈਂ ਤੁਹਾਨੂੰ ਪੂਰੀ ਕੋਰਸ ਦੀ ਜਾਣਕਾਰੀ ਦੇ ਦਵਾਂ ਕਿ ਪੂਰੇ ਕੋਰਸ ਦੀ यदि ਦੋਸਤੋ ਮੈਂ ਤੁਹਾਨੂੰ ਜਾਣਕਾਰੀ ਦੇ ਦਵਾਂ ਕਿ PSSB ਦੇ ਜਿਹੜੇ ਵੀ ਕੋਰਸ ਆਏ ਹੋਏ ਹਨ ਉਹਨਾਂ ਦੇ ਜਨਰਲ ਪੇਪਰ ਦਾ ਪੂਰਾ ਪੈਕੇਜ ਤੁਹਾਨੂੰ ਸਾਡੇ ਕੋਲ ਮਿਲ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਜਿਹੜੇ ਸੈਕੰਡ ਪੇਪਰ ਹਨ, ਜਿਵੇਂ ਹਾਰਟੀਕਲਚਰ ਦੀ ਵੈਕੈਂਸੀ ਆਈ ਹੋਈ ਹੈ ਤੇ ਇੱਕ ਲਾइब्रेरियन ਦੀ ਵੈਕੈਂਸੀ ਆਈ ਹੋਈ ਹੈ। ਠੀਕ ਹੈ, ਇਹਦਾ ਦੂਜਾ ਪੇਪਰ ਵੀ ਮਿਲ ਜਾਏਗਾ ਤੁਹਾਨੂੰ, ਵੀਡੀਓ ਕੋਰਸ ਮਿਲ ਜਾਏਗਾ। ਠੀਕ ਹੈ, ਤੁਸੀਂ WhatsApp ਕਰਨਾ ਹੈ 75975 00075 ਤੇ ਤੁਸੀਂ WhatsApp ਕਰਨਾ ਹੈ 75975 00075 ਤੇ ਤੁਸੀਂ WhatsApp ਕਰਨਾ ਹੈ। ਇਹਦੇ ਪੂਰੀ ਬੁੱਕਸ ਤੁਹਾਨੂੰ ਮਿਲ ਜਾਣਗੀਆਂ, ਤੁਹਾਡੇ ਘਰੇ ਪਹੁੰਚ ਜਾਣਗੀਆਂ। ਠੀਕ ਹੈ, ਇਹਦੀ ਵੀ ਬੁੱਕਸ ਤੁਹਾਨੂੰ ਮਿਲ ਜਾਣਗੀਆਂ, ਤੁਹਾਡੇ ਘਰੇ ਪਹੁੰਚ ਜਾਣਗੀਆਂ। ਠੀਕ ਹੈ, ਹਾਰਟੀਕਲਚਰ ਤੇ ਲਾइब्रेरियन ਦਾ ਤੁਸੀਂ ਇਸ ਨੰਬਰ ਤੇ ਆਪਦੀ ਮੈਸੇਜ ਕਰਕੇ ਐਪ ਦਾ ਲਿੰਕ ਲੈ ਸਕਦੇ ਹੋ। ਠੀਕ ਹੈ, ਤੇ ਜਿਹੜੀ ਵੀ ਪੇਮੈਂਟ ਹੈ ਉਹ ਤੁਸੀਂ ਕਰਕੇ ਆਪਦਾ ਐਡਰੈਸ ਭੇਜ ਕੇ ਤੇ ਸਾਡੇ ਕੋਲ ਆਪਦੀ ਬੁੱਕਸ ਮੰਗਵਾ ਸਕਦੇ ਹੋ। ਤੇ ਲਾਈਵ ਵੀਡੀਓ ਕੋਰਸ ਜਿਹੜੇ ਰਿਕਾਰਡਡ ਬੈਚ ਹਨ ਉਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਅਗਲਾ ਸਵਾਲ ਸਾਨੂੰ ਕੀ ਕਹਿੰਦਾ ਹੈ? ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਮਜ਼ੇਦਾਰ ਸਵਾਲ ਹੈ। ਇਸ ਟਾਈਪ ਦੇ
इस टाइप का कंसैप्ट ਆਪਾਂ ਪਿਛਲੀ ਕਲਾਸ ਵਿੱਚ ਕਰ ਚੁੱਕੇ ਹਾਂ। ਠੀਕ ਹੈ, ਧਿਆਨ ਰੱਖਿਓ, ਬਿਲਕੁਲ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰਿਓ। ਕਹਿੰਦਾ ਹੈ ਬਾय मिस्टेक इंस्टेड ऑफ डिवाइडेड ₹117 among A, B, C in the ratio of 1:2, 1/2, 1/3, 1/4, it was divided the ratio of 2, 3, 4, who gains the most and by how much? ਕਹਿੰਦਾ ਹੈ ਕਿ ਗਲਤੀ ਨਾਲ 117 ਰੁਪਏ ਨੂੰ A, B ਅਤੇ C ਵਿੱਚ ਵੰਡਣ ਦੀ ਬਜਾਏ 1/2, 1/3, 1/4 ਦੇ ਅਨੁਪਾਤ ਵਿੱਚ 2:3:4 ਦੇ ਅਨੁਪਾਤ ਵਿੱਚ ਵੰਡਿਆ ਗਿਆ, ਕਿਸ ਨੂੰ ਸਭ ਤੋਂ ਵੱਧ ਅਤੇ ਕਿੰਨਾ ਲਾਭ ਹੁੰਦਾ ਹੈ? ਗਲਤੀ ਨਾਲ 117 ਰੁਪਏ ਨੂੰ ABC ਵਿੱਚ ਵੰਡਣ ਦੀ ਬਜਾਏ 1:2:3 ਦੇ ਵਿੱਚ ਵੰਡਣ ਦੀ ਬਜਾਏ, ਮਤਲਬ ਇਹ ਜਿਹੜਾ ਹੈ ਵੰਡਣ ਦੀ 1:2:3 ਵਿੱਚ ਇੱਥੇ ਆ ਜਾਊਗਾ। ਠੀਕ ਹੈ, ਉਹ ਕਹਿੰਦਾ ਹੈ ਕਿ ਅਸੀਂ 1/2, 1/3 ਤੇ 1/4 ਵਿੱਚ ਆਪਦੀ ਰਾਸ਼ੀ ਵੰਡਣੀ ਸੀ ਤੇ ਬਾਏ ਮਿਸਟੇਕ ਇਹ ਜਿਹੜਾ ਡਾਟਾ ਹੈ ਉਹ 2:3:4 ਵਿੱਚ ਵੰਡਿਆ ਗਿਆ। ਬਿਲਕੁਲ ਆਸਾਨ ਜਿਹਾ ਕੁਐਸਚਨ ਹੈ, ਇਸ ਤੋਂ ਆਸਾਨ ਕੁਝ ਨਹੀਂ ਹੋ ਸਕਦਾ। ਲਾਸਟ ਕਲਾਸ ਵਿੱਚ ਮੈਂ ਤੁਹਾਨੂੰ ਸਿਖਾਇਆ ਸੀ ਫ੍ਰੈਕਸ਼ਨ ਰੇਸ਼ੋ ਨੂੰ ਨੋਰਮਲ ਰੇਸ਼ੋ ਵਿੱਚ ਕਿੱਦਾਂ ਕਨਵਰਟ ਕਰਦੇ ਹਨ। ਤੁਸੀਂ ਸਿੱਖਿਆ ਹੋਣਾ ਕਿ ਡਿਨੋਮੀਨੇਟਰ ਦੇ LCM ਨਾਲ ਗੁਣਾ ਕਰ ਦਿੰਦੇ ਹਾਂ। 2, 3, 4 2, 3, 4 ਦਾ LCM ਕਿੰਨਾ ਹੋ ਜਾਏਗਾ? 12। LCM ਐਸੀ ਰਕਮ ਹੁੰਦੀ ਹੈ, LCM ਇੱਕ ਐਸੀ ਰਕਮ ਹੁੰਦੀ ਹੈ ਜਿਹਦਾ 2, 3 ਤੇ 4 ਨਾਲ ਪੂਰਾ ਭਾਗ ਜਾਏਗਾ, ਉਹ 2, 3, 4 ਦਾ LCM ਬਣ ਜਾਏਗਾ ਜਾਂ ਮਲਟੀਪਲ ਬਣ ਜਾਏਗਾ। ਠੀਕ ਹੈ, 12 ਨਾਲ ਇਹਨੂੰ ਕੱਟਾਂਗੇ ਤਾਂ 6, ਇਹਨੂੰ ਕੱਟਾਂਗੇ ਤਾਂ 4 ਤੇ ਇਹਨੂੰ ਕੱਟਾਂਗੇ ਤਾਂ 3। ਠੀਕ ਹੈ, ਹੁਣ ਇਸ ਟਾਈਪ ਦੇ ਸਵਾਲ ਵਿੱਚ ਤੁਸੀਂ ਇੱਕ ਗੱਲ ਹੋਰ ਸਿੱਖਣੀ ਹੈ, ਉਹ ਗੱਲ ਇਸ ਤਰ੍ਹਾਂ ਹੈ ਕਿ ਜਿਹਦਾ ਰੇਸ਼ੋ ਸਭ ਤੋਂ ਘੱਟ ਹੋਏਗਾ, ਉਲਟ ਪੇਰ ਹੋਣ ਤੋਂ ਬਾਅਦ ਉਹਦਾ ਰੇਸ਼ੋ ਸਭ ਤੋਂ ਜ਼ਿਆਦਾ ਹੋ ਜਾਏਗਾ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਉਹ ਕਹਿੰਦਾ ਹੈ ਕਿ ਕਿਸ ਨੂੰ ਸਭ ਤੋਂ ਵੱਧ ਮਿਲਿਆ, ਯਦि ਇੰਨਾ ਹੀ ਸਵਾਲ ਹੁੰਦਾ ਕਿਸ ਨੂੰ ਸਭ ਤੋਂ ਵੱਧ ਮਿਲਿਆ ਤਾਂ ਅੱਖਾਂ ਮੀਚ ਕੇ ਆਨਸਰ ਲਾ ਦੇਣਾ ਸੀ C। ਕਿੰਨਾ ਮਿਲਿਆ ਉਹਦੇ ਵਾਸਤੇ ਤੁਹਾਨੂੰ ਫਾਈਂਡ ਕਰਨਾ ਪਏਗਾ ਕਿ ਕਿੰਨਾ ਡਾਟਾ ਜਿਹੜਾ ਹੈ ਉਸ ਨੂੰ ਮਿਲਿਆ। ਠੀਕ ਹੈ, ਹੁਣ ਆਪਾਂ ਕੀ ਕਰਾਂਗੇ 6:4:3 ਵਿੱਚ ਪਹਿਲੇ 170 ਰੁਪਏ ਵੰਡ ਦਾਂਗੇ, ਫਿਰ 2:3:4 ਵਿੱਚ 170 ਰੁਪਏ ਵੰਡ ਦਾਂਗੇ। C ਦਾ ਡਾਟਾ ਚੈੱਕ ਕਰ ਲਾਂਗੇ ਕਿ C ਨੂੰ ਕਿੰਨਾ ਫਰਕ ਪੈ ਰਿਹਾ ਹੈ ਤੇ ਉਹ ਆਪਣਾ ਆਨਸਰ ਹੋਏਗਾ। ਠੀਕ ਹੈ, 6, 4, 10 ਤੇ 3 13, 13 ਦੀ ਵੈਲਿਊ ਹੋਗੀ 117, 13 9 117, 1 ਯੂਨਿਟ ਦੀ ਵੈਲਿਊ 9 ਤੇ 3 ਯੂਨਿਟ ਦੀ ਵੈਲਿਊ ਹੋ ਜਾਏਗੀ 27। ਮਤਲਬ C ਨੂੰ ਐਕਚੁਅਲ ਵਿੱਚ 27 ਰੁਪਏ ਮਿਲਣੇ ਚਾਹੀਦੇ ਸੀ। C ਨੂੰ ਐਕਚੁਅਲ ਦੇ ਵਿੱਚ 27 ਰੁਪਏ ਮਿਲਣੇ ਚਾਹੀਦੇ ਸੀ। ਠੀਕ ਹੈ, ਹੁਣ ਚੈੱਕ ਕਰਦੇ ਹਾਂ 2 ਤੇ 3, 5 ਤੇ 4 9, 9 ਯੂਨਿਟ ਦੀ ਵੈਲਿਊ 117, 13 9 117, 1 ਦੀ ਵੈਲਿਊ 13, 4 ਯੂਨਿਟ ਦੀ ਵੈਲਿਊ ਹੋ ਗਈ 52। ਹੁਣ ਮੈਂ ਕਹਿ ਰਿਹਾ C ਨੂੰ ਮਿਲਣੇ ਚਾਹੀਦੇ ਸੀ 27, ਮਿਲ ਗਏ 52, ਇਟ ਮੀਨਸ ਉਸ ਨੂੰ 25 ਰੁਪਏ ਜ਼ਿਆਦਾ ਮਿਲ ਗਏ, ਪਲੱਸ 25 ਹੋ ਗਿਆ। ਕਿੰਨਾ 25 ਹੋ ਗਿਆ? ਪਲੱਸ। C ਨੂੰ 25 ਰੁਪਏ ਜ਼ਿਆਦਾ ਮਿਲੇ ਹਨ, C ਨੂੰ 25 ਰੁਪਏ ਜ਼ਿਆਦਾ ਮਿਲੇ ਹਨ। ਮੇਰੀ ਗੱਲ ਬਿਲਕੁਲ ਧਿਆਨ ਨਾਲ ਸੁਣਨੀ ਹੈ। ਇੱਕ ਬੰਦਾ ਕਹਿ ਰਿਹਾ ਸੀ ਕਿ ਮੈਂ ਆਪਦੇ 117 ਰੁਪਏ ਨੂੰ 1/2, 1/3 ਤੇ 1/4 ਦੇ ਅਨੁਪਾਤ ਵਿੱਚ ਵੰਡਣਾ ਸੀ ਤੇ ਗਲਤੀ ਨਾਲ ਉਹ 2:3:4 ਵਿੱਚ ਵੰਡਿਆ ਗਿਆ। ਸਮਝ ਰਹੇ ਹੋ ਮੇਰੀ ਗੱਲ ਨੂੰ? ਤੁਸੀਂ ਫ੍ਰੈਕਸ਼ਨ ਰੇਸ਼ੋ ਨੂੰ ਨੋਰਮਲ ਰੇਸ਼ੋ ਵਿੱਚ ਕਨਵਰਟ ਕੀਤਾ, ਉਹਦਾ ਡਿਵਾਈਡੇਸ਼ਨ ਕਰ ਲਿਆ, ਫਿਰ ਜਿਹੜਾ ਗਲਤੀ ਨਾਲ ਡਿਵਾਈਡੇਸ਼ਨ ਹੋਇਆ ਸੀ ਉਹਦਾ ਕਰ ਲਿਆ। ਉਸਨੇ ਕਿਹਾ ਕਿ ਸਭ ਤੋਂ ਵੱਧ ਜਿਹੜਾ ਹੈ ਫਾਇਦਾ ਕਿਸ ਨੂੰ ਹੋਇਆ ਜਾਂ ਸਭ ਤੋਂ ਜ਼ਿਆਦਾ ਪੈਸੇ ਕਿਸ ਨੂੰ ਮਿਲੇ, ਤੇ ਮੈਂ ਕਿਹਾ ਜਦੋਂ ਇੱਕ ਛੋਟਾ ਰੇਸ਼ੋ ਜਦੋਂ ਪਲਟ ਜਾਏਗਾ, ਸਭ ਤੋਂ ਛੋਟਾ ਰੇਸ਼ੋ ਪਲਟ ਜਾਏਗਾ ਤਾਂ ਉਹ ਸਭ ਤੋਂ ਵੱਡਾ ਰੇਸ਼ੋ ਬਣ ਜਾਏਗਾ। ਠੀਕ ਹੈ, ਇਹ ਗੱਲ ਤੁਸੀਂ ਵੀ ਧਿਆਨ ਰੱਖਣੀ ਹੈ। ਲੋ ਜੀ, ਨੈਕਸਟ ਕੁਐਸਚਨ ਦੀ ओर मूव करते ਹਾਂ ਤੇ ਤੁਸੀਂ ਟਰਾਈ ਕਰਨੀ ਹੈ ਖੁਦ ਇਸ ਕੁਐਸਚਨ ਨੂੰ ਕਰਨ ਦੀ। ਇਸ ਕੁਐਸਚਨ ਨੂੰ ਕਰਨ ਦੀ ਟਰਾਈ ਕਰਦੇ ਹਾਂ। फटाफट मैं 5 ਤੋਂ 10 सेकंड ਤੁਹਾਨੂੰ देना है ਤੇ फटाफट ਤੁਸੀਂ ਇਸ ਕੁਐਸਚਨ ਨੂੰ ਕਰਕੇ ਦੇਖੋ। मोस्ट इंपोर्टेंट क्वेश्चन है।
हाँ जी, तो काफ़ी बच्चों को ये क्वेश्चन हो गया होएगा ते काफ़ी को नहीं होया होएगा। मोस्ट इंपोर्टेंट है, इस टाइप का सवाल तुहाडे एग्जाम विच पूछा जा सकता है। बिल्कुल बेसिक तो सीखना है। अनुपात दो दी पावर 1.5 ते 2 दी पावर 0.5 किस दे समान है? अच्छा, तुहानू ये गल पता होनी चाहिए है कि x दी पावर 3 ते x दी पावर 4 नू जोड़ोगे, गुणा करोगे तो ये बन जाऊगा x दी पावर 3 प्लस 4 x दी पावर 7। ठीक है, हुण एक गल लिखोगे, यदि बेस इक्वल हन विच मल्टीप्लाई द साइन है, विच मल्टीप्लाई द बेस इक्वल हन मल्टीप्लाई द साइन है विच तां पावर ऐड हो जांदियां हन। ते मैं कह रहा हाँ कि 2 दी पावर 1 इंटू 2 दी पावर 0.5 ਨੂੰ ਤੁਸੀਂ ਲਿਖ ਸਕਦੇ ਹੋ 2 ਦੀ ਪਾਵਰ 1.5। ਠੀਕ ਹੈ, ਤੇ ਤੁਹਾਡੇ ਕੋਲ ਹੈ 2 ਦੀ ਪਾਵਰ 1.5 ਰੇਸ਼ੋ 2 ਦੀ ਪਾਵਰ 0.5। 2 ਦੀ ਪਾਵਰ 1.5 ਨੂੰ ਕੀ ਲਿਖ ਸਕਦੇ ਹਾਂ 2 ਦੀ ਪਾਵਰ 1 ਗੁਣਾ 2 ਦੀ ਪਾਵਰ 0.5, 2 ਦੀ ਪਾਵਰ 0.5, 2 ਦੀ ਪਾਵਰ 0.5 ਨਾਲ 2 ਦੀ ਪਾਵਰ 0.5 ਕਟਿਆ ਗਿਆ, 2 ਦੀ ਪਾਵਰ 1 ਰੇਸ਼ੋ 1, 2 ਦੀ ਪਾਵਰ 1 ਦਾ ਮਤਲਬ 2 ਰੇਸ਼ੋ 1। ਆਪਣਾ ਫਾਈਨਲ ਆंसर ਕੀ ਹੋ ਜਾਏਗਾ 2 ਦੀ ਪਾਵਰ 1। ਹੁਣ ਕੀ ਸਮਝ ਆਇਆ ਕਿ यदि सानू एक कंसैप्ट ध्यान है फिर तो आप इस क्वेश्चन ਨੂੰ कर सकते हाँ, अदरवाइज आप इस क्वेश्चन ਨੂੰ नहीं कर सकते। ठीक है, मान लो ਤੁਹਾਨੂੰ एक होमवर्क दिता जाए, ਤੁਹਾਨੂੰ ਕਿਹਾ ਜਾਵੇ कि 3 ਦੀ ਪਾਵਰ 3.5, ठीक है, तो 3 ਦੀ ਪਾਵਰ 1.5, ਇਹਦਾ ਆਨਸਰ ਕੀ ਹੋਏਗਾ? ਤਾਂ ਕਮੈਂਟ ਬਾਕਸ ਵਿੱਚ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਕਮੈਂਟ ਬਾਕਸ ਵਿੱਚ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਸ ਦਾ ਫਾਈਨਲ ਆਨਸਰ ਕੀ ਹੋਏਗਾ। ਅਗਲਾ ਸਵਾਲ ਸਾਨੂੰ ਕੀ ਕਹਿੰਦਾ ਹੈ? ਬਿਲਕੁਲ ਧਿਆਨ ਨਾਲ ਸਿੱਖਣ ਦੀ ਕੋਸ਼ਿਸ਼ ਕਰਨੀ ਹੈ। ਬਹੁਤ ਹੀ ਅੱਛਾ ਤੇ ਬਹੁਤ ਹੀ ਸ਼ਾਨਦਾਰ ਸਵਾਲ ਹੈ। ਦੋ ਸੰਖਿਆਵਾਂ ਦਾ ਅਨੁਪਾਤ 4:5 ਹੈ, ਉਹਨਾਂ ਦਾ LCM 180 ਹੈ, ਤਾਂ ਛੋਟੀ ਸੰਖਿਆ ਕੀ ਹੋਵੇਗੀ? ਛੋਟੀ ਸੰਖਿਆ ਕੀ ਹੋਵੇਗੀ, है ना? Two numbers are in the ratio 4:5 and their LCM is 120. Find the smaller number. हाँ जी, संख्यावां की ਹਨ 4:5। 4 ਤੇ 5 ਦਾ LCM ਕੀ ਹੋਏਗਾ ਸਰ? 4 ਤੇ 5 ਦਾ LCM ਹੋਏਗਾ 20। 20 ਇੱਕ ਐਸਾ ਨੰਬਰ ਹੈ ਜਿਹੜਾ 4 ਨਾਲ ਵੀ ਡਿਵਾਈਡ ਹੋਏਗਾ ਤੇ 5 ਨਾਲ ਵੀ ਡਿਵਾਈਡ ਹੋਏਗਾ। ਠੀਕ ਹੈ, ਅਸੀਂ ਕੱਢਿਆ ਆਨਸਰ 20, ਇਸਨੇ ਦਿੱਤਾ 180, ਇੱਕ ਯੂਨਿਟ ਦੀ ਵੈਲਿਊ ਕੱਢ ਲਓ 180 ਬਟਾ 20 इज इक्वल टू 9। छोटी संख्या की है? एक यूनिट की वैल्यू 9 है, एक यूनिट की वैल्यू 9 है, तो छोटी संख्या है 4। तो छोटी संख्या की होएगी? छोटी संख्या की होएगी 4 गुणा 9 36। स्मॉलर नंबर इज 36। स्मॉलर नंबर इज 36। यदि मैं तुहानू फटाफट एक और क्वेश्चन दवा कि दो नंबर हैं 3:4, ठीक है, इन्हां दा LCM है 72, तो लार्ज नंबर की होएगा? देखते हैं सब तो पहले किदा कमेंट आंदा है, ठीक है, उसनू रिप्लाई जरूर दिता जाएगा। फटाफट करके दिखाओ। 3:4 विच संख्यावां ने, उन्हां दा LCM 72 है, तो तुसी दसना है कि लार्ज नंबर की। आई होप काफ़ी बच्चों ने करता होएगा। ठीक है, नैक्सट क्वेश्चन की गल करते हैं। बहुत ही शानदार सवाल है, बिल्कुल सिंपल जिहा ते मोस्ट इंपोर्टेंट क्वेश्चन है। मोस्ट इंपोर्टेंट, ध्यान रखियो, मोस्ट इंपोर्टेंट। जेकर a प्लस b, b प्लस c, c प्लस a 6:7:8 विच है, ਅਤੇ यदि a प्लस b प्लस c 14 है, तो c का मुल की है? मैं क्या कि यदि मैनू a प्लस b प्लस c की वैल्यू दे रखी हो 14, ठीक है, तो मैनू पूछे c का वैल्यू दसो, तो मैं उसनू कहूँगा मैनू a ते b का वैल्यू दसो। समझ रहे हो मेरी गल नू? यदि मैनू कहा जाए कि a प्लस b प्लस c, a प्लस b प्लस c की वैल्यू 14 है, तो तुसी मैनू c का वैल्यू दसो, तो मैं उसनू कहांगा कि मैनू a प्लस b की वैल्यू दसो तुसी। ठीक है, मैनू दे रखा है a प्लस b, फिर मैनू दे रखा है b प्लस c,
फिर मैंने दे रखा है c प्लस a, मैं इस सब ਨੂੰ जोड़ रहा हूं 6x प्लस 7x प्लस 8x, ठीक है। इन सब ਨੂੰ जोड़ देते हैं, ये बन जाएगा 2a प्लस 2b प्लस 2c इज इक्वल टू 21x। a प्लस b प्लस c की वैल्यू बन जाएगी तुहाडे कोल 21x बाय 2। हुण मैं कह रहा हाँ कि जेड़ा a प्लस b प्लस c की वैल्यू है वो है 21 बाय x, तो ये कह रहा है इसकी वैल्यू है 14। कंपैरिजन कर देंगे कि 21 बाय 2 x की वैल्यू 14 है, x की वैल्यू आप कढ़ लवांगे 14, 21 बटा 2 उधर जाके 2 बटा 21, 7 दूआ 14, 7 या 21, आंसर आ जाएगा 4 बटा 3। x की वैल्यू 4 बटा 3 आ जाए तो a प्लस b की वैल्यू कितनी है, तुसी कहोगे 6x, a प्लस b की वैल्यू कितनी है 6x, x की वैल्यू कितनी है 4 बटा 3, तो 6x की वैल्यू कितनी होगी 6 गुना 4 बटा 3, 24 बटा 3 मतलब 8, मतलब a प्लस b की वैल्यू साढ़े कोल कितनी आ चुकी है 8। a प्लस b की वैल्यू यदि 8 आ चुकी है, 8 दे विच कितना जोड़िए कि 14 बढ़ जाए तो तुसी कहोगे 6, तो आंसर कितना बनने वाला है 6 जेड़ा है अपना आंसर। तो तुसी कमेंट राही सानू ये भी दसना है कि तुसी नेक्स्ट टॉपिक केड़ा करना चाहते हो, नेक्स्ट टॉपिक आपां केड़ा करिए जेड़ा तुहाडा फेवरेट होवे ते जिहदे विच तुहानू दिक्कत आ रही होवे, ठीक है। वही जेड़े जिन्ने भी मैं कमेंट पढ़ांगे असी सब तो ज़्यादा कमेंट जेड़ी चैप्टर दे होणगे उसकी आपां तैयारी करांगे नेक्स्ट, ठीक है। पहले रेशो नू बहुत अच्छे लैवल ते सीखते हाँ, बहुत प्यार नाल। तो एक बार फिर मैं तुहानू पूरी इन्फॉर्मेशन दे देवां कि जेड़े भी बच्चे पंजाब PSSB बोर्ड की तैयारी कर रहे हो, तुसी यदि पंजाब लाइब्रेरियन या हॉर्टिकल्चर सुपरवाइजर की तैयारी कर रहे हो तो एदा जनरल पेपर प्लस सब्जेक्ट, जनरल पेपर प्लस सब्जेक्ट दोनों तुहानू वीडियो कोर्स भी मिल जाएंगे प्लस इन्हां दी बुक्स भी मिल जाएंगियां, ठीक है। ये तुसी साडे को लै सकते हो, साडा नंबर है 7597500075 ते व्हाट्सएप करके तुसी आपका एड्रैस दे के लै सकते हो, ठीक है जी। नैक्सट क्वेश्चन की गल करिए, तो किसी भी यदि एग्जाम की तैयारी कर रहे हो जिहदे विच तुसी मैथ सीखनी है, रीजनिंग सीखनी है, इंग्लिश सीखनी है, जीके सीखनी है, तां भी तुसी साडा कोर्स लै सकते हो। अगला सवाल, अगला सवाल सानू कहंदा है पैसे की एक निश्चित रकम नू एक्स वाई अते जेड विच वंडिया जाता है, जेकर एक्स वाई तो 25% वध प्राप्त करता है, वाई जेड तो 25% घट प्राप्त करता है, तो एक्स वाई जेड बराबर कितने होएगा। A certain amount of money is divided among x, y and z. If x receives 25% more than y and y receives 25% less than z, then x, y, z is equal to। कहता है कि x y तो 25% वध, x जेड़ा है वो y तो यदि y 100 है तो x 125 है, 25 की टेबल नाल कटोगे तो 4 है तो a 5 है, x रेशो y कितना हो जाएगा 5:4, ते y z तो 25% कट है, y जेड़ा है वो z तो 25% कट, यदि ये 100 है तो 75 है, 25 की टेबल नाल कटोगे तो 25 या 75, 25 चौका 100। ये बाकी दी सारी इन्फॉर्मेशन जेड़ी है वो मैं लास्ट क्लास विच देती थी कि रेशो नू कंबाइन किद्दां करदे हाँ, रेशो नू सैट किद्दां करदे हाँ, दो अलग अलग रेशो दे रखे है तो उन्हां नू सैट किद्दां करना है, आपां पिछली क्लास विच सीखिया सी। ते इस तो बाद सवाल तुसी आपे करना है। एक्स रेशो वाई रेशो जेड 5:4, एक्स रेशो वाई कितना दे रखा है 5:4, ते y रेशो z कितना दे रखा है 3:4, 3:4। ये तो हो गया खाली जगह होगी, इसनू 3 नाल फिल कर दो, ये तो खाली जगह होगी, इसनू 4 नाल फिल कर दो, गुणा कर दो 15 12 16, तो आंसर आ गया 15 12 16 इज द राइट आंसर। बहुत ही शानदार सवाल है। इस टाइप का सवाल जेड़ा है तुहाडे एग्जाम विच पूछा जा सकता है। क्यों पूछा जा सकता है, क्योंकि ਇਹਦੇ ਵਿੱਚ रेशो ते परसेंटेज दोवां दे कंसैप्ट जेड़े ਹਨ ਤੁਹਾਡੇ ਕੋਲ ਪੁੱਛੇ ਗਏ ਹਨ, ठीक है दोस्तों। हाँ जी, अगले सवाल की यदि आप गल करिए, अगला सवाल सानू की कहता है, बिल्कुल ध्यान नाल सीखना है। कहता है
300 रुपए की रकम है उसनू P Q ਅਤੇ R ਵਿੱਚ ਇਸ ਤਰੀਕੇ ਨਾਲ ਵੰਡਿਆ ਗਿਆ ਹੈ ਕਿ Q ਨੂੰ P ਤੋਂ 30 ਰੁਪਏ ਵੱਧ ਮਿਲੇ ਹਨ, Q ਨੂੰ P ਤੋਂ 30 ਰੁਪਏ ਵੱਧ ਮਿਲੇ ਹਨ ਅਤੇ R ਨੂੰ Q ਤੋਂ 60 ਰੁਪਏ ਵੱਧ ਮਿਲਦੇ ਹਨ। ਉਹਨਾਂ ਦੇ ਹਿੱਸੇ ਦਾ ਅਨੁਪਾਤ ਦੱਸੋ। A sum of 300 is divided among P, Q and R in such a way that Q gets rupees 30 more than what P get and R gets 60 more than what Q get। ਸਾਡੇ ਕੋਲ 3 ਪਰਸਨ ਹਨ P, Q ਤੇ R। ਕਦੇ ਵੀ ਇਸ ਟਾਈਪ ਦਾ ਸਵਾਲ ਆਏਗਾ ਤਾਂ ਕਾਮਨ ਜਿਹੜਾ ਪਰਸਨ ਹੋਏਗਾ, ਜਿਹੜੀ ਵੀ ਲੈਣਾ ਲਿਖੀਆਂ ਹੋਣਗੀਆਂ ਉਹਦੇ ਵਿੱਚ ਕਾਮਨ ਪਰਸਨ ਜਿਹੜਾ ਹੋਏਗਾ उसनू x पुट करना है। ठीक है, उसने बोलिया कि Q नू P तो, Q नू P तो ते इत्थे बोलिया Q नू R तो या R नू Q तो दोनों विच कॉमन कौन होया Q, दोनों विच कॉमन कौन होया Q। मतलब Q दी कंपैरिजन एक बारी P नाल होएगी, एक बारी Q नाल होएगी, इस करके Q नू तुसी लेट करके x मान लो। ठीक है जी, कहंदा है Q नू P तो 30 रुपए वध मिले हैं, Q ਨੂੰ P ਤੋਂ Q gets 30 more ਤਾਂ ਅੱਛਾ यदि ਉਸਨੂੰ 30 ਜ਼ਿਆਦਾ ਮਿਲੇ ਹਨ ਤਾਂ P ਨੂੰ 30 ਘੱਟ ਮਿਲੇ ਹਨ ਬਸ। ਅਰੇ ਸਹੀ ਹੈ ਕਿ ਇੱਥੋਂ ਪਤਾ ਚੱਲ ਰਿਹਾ ਹੈ ਕਿ Q ਕੋਲ ਜ਼ਿਆਦਾ ਪੈਸੇ ਹਨ, P ਕੋਲ ਘੱਟ ਪੈਸੇ ਹਨ। ਕਈ ਬੱਚੇ ਕਨਫਿਊਜ਼ ਹੋ ਜਾਂਦੇ ਹਨ ਕਿ ਸਰ ਇੱਥੇ ਮਾਈਨਸ ਕਿਉਂ ਲਾਇਆ, ਉਸਨੇ ਤਾਂ ਵੱਧ ਦੀ ਗੱਲ ਕੀਤੀ ਹੈ ਕਿ Q ਨੂੰ ਜ਼ਿਆਦਾ ਤੇ ਜ਼ਿਆਦਾ Q ਨੂੰ ਮਿਲੇ ਹਨ ਨਾ ਕਿ P ਨੂੰ, P ਨੂੰ ਘੱਟ। ਮਾਈਨਸ ਮੈਂ P ਨਾਲ ਲਾਇਆ ਹੈ, ਮਾਈਨਸ ਕਿਹਦੇ ਨਾਲ ਲਾਇਆ ਹੈ, P ਨਾਲ ਲਾਇਆ ਹੈ। ਹੁਣ ਕਹਿੰਦਾ ਹੈ R ਨੂੰ Q ਤੋਂ 60 ਰੁਪਏ ਵੱਧ ਮਿਲੇ ਹਨ, R ਨੂੰ Q ਤੋਂ 60 ਰੁਪਏ ਵੱਧ ਮਿਲੇ ਹਨ ਤਾਂ R ਨੂੰ 60 ਰੁਪਏ ਜ਼ਿਆਦਾ ਮਿਲ ਗਏ ਤੇ P ਨੂੰ 30 ਰੁਪਏ ਘੱਟ ਮਿਲ ਗਏ, ਜਾਂ Q ਨੂੰ 30 ਰੁਪਏ ਵੱਧ ਮਿਲ ਗਏ ਤੇ R ਨੂੰ 60 ਰੁਪਏ ਵੱਧ ਮਿਲ ਗਏ। ਠੀਕ ਹੈ ਜੀ, ਹੁਣ ਇਹਨਾਂ ਦਾ ਜੋੜ ਕਰ ਦੇਵਾਂਗੇ x ਤੇ x 3x, ਇਹ ਹੋ ਗਿਆ ਪਲੱਸ ਦਾ 60 ਮਾਈਨਸ ਦਾ 30, 60 ਚੋਂ 30 ਗਿਆ 30 ਤੇ ਇਹਦੀ ਵੈਲਿਊ ਸਾਨੂੰ ਦੇ ਰੱਖੀ ਹੈ ਜੀ 300। ये 30 इधर जाके माइनस का हो गया 270, 3x की वैल्यू 270, x की वैल्यू होगी तुहाडे कोल 90। ठीक है जी, x की वैल्यू 90 होगी तो Q की वैल्यू होगी 90, 90 चो 30 गए 60 तो 90 60 जोड़े तो 150। तुहाडा रेशो बन गया 60 90 ते 150। रेशो की बन गया 60 90 ते 150, 60 90 150। 30 की टेबल नाल कटिया 2, 30 की टेबल कटिया 3, 30 की टेबल कटिया 5, 2:3:5 अपना फाइनल आंसर आ जाएगा 2:3:5 जेड़ा है अपना बिल्कुल सही ते फाइनल आंसर आ जाएगा। ठीक है, तुसी होर किसी दी भी तैयारी कर रहे हो, मान लो तुसी बैंक की तैयारी तुहाडे आस पड़ोस कोई कर रहा है, SSC की तैयारी कर रहा है या किसी भी प्रकार की तैयारी, अपने इत्थे पूरे कोर्स चलते हैं, तुसी 7597500075 ते कॉन्टैक्ट करके बिल्कुल मिनिमम फीस विच आपदे कोई नोट्स या बुक्स मंगाना चाहता है वो मंगा सकता है। प्रॉपर बैंकिंग के नोट्स, प्रॉपर SSC के नोट्स, लाइव कोर्सेज, रिकॉर्डेड कोर्सेज, तो पूरी फैसिलिटी मिलेगी। एक एक चीज़ का डाउट, एक एक चीज़ के बारे जानकारी तुसी इस नंबर पर व्हाट्सएप करके ले सकते हो। ठीक है ना, जो भी चीज़ तुसी परचेज करना चाहते हो बिल्कुल मिनिमम कॉस्ट विच ले सकते हो। नेक्स्ट क्वेश्चन की कहता है, बहुत ही शानदार सवाल है, बहुत ही बढ़िया सवाल है, मोस्ट इंपोर्टेंट सवाल है। ठीक है, ट्राई करते हैं। 3000 रुपए डिवाइड करने हैं सानू A B ते C दे विचे। A रिसीव करता है 1/3 एज मच एज B एंड C टुगेदर रिसीव एंड B रिसीव 2/3 एज मच एज A एंड C टुगेदर रिसीव, देन द शेयर ऑफ C। 3000 रुपए A B ਅਤੇ C ਵਿੱਚ ਵੰਡੇ ਗਏ ਤਾਂ A ਨੂੰ 1/3 ਪ੍ਰਾਪਤ ਹੁੰਦਾ ਹੈ ਜਿੰਨਾ B ਅਤੇ C ਇਕੱਠੇ ਪ੍ਰਾਪਤ ਕਰਦੇ ਹਨ ਤੇ B ਨੂੰ 2/3 ਪ੍ਰਾਪਤ ਹੁੰਦਾ ਹੈ ਜਿੰਨਾ A ਤੇ C ਇਕੱਠੇ ਪ੍ਰਾਪਤ ਕਰਦੇ ਹਨ। ਫਿਰ C ਦਾ ਹਿੱਸਾ ਕੀ ਹੈ? ਮੈਂ ਕਿਹਾ ਕਿ ਮੈਨੂੰ ਦੇ ਰੱਖਿਆ ਹੈ ਕਿ A plus B plus C ਕੋਲ 3000 ਹਨ। यदि मैनू A का हिस्सा दस देते या मैनू B का हिस्सा दस देन तो मैं तुहानू C का हिस्सा दस देवांगा। अरे गल सही है कि नहीं? साडे कोल C का हिस्सा पूछा है, साडे कोल पूछा है कि C का हिस्सा दसो तो तुसी कहोगे भैया मैनू A ते B का हिस्सा दस दो, असीं तुहानू C का हिस्सा दस देवांगे। अरे क्लीयर है?
ਹੁਣ ਸਾਨੂੰ ਕੀ ਦੇ ਰੱਖਿਆ ਹੈ कि A ਨੂੰ ਕਿੰਨਾ ਪ੍ਰਾਪਤ ਹੁੰਦਾ ਹੈ ਜਿੰਨਾ B ਤੇ C ਦਾ 1/3 ਪ੍ਰਾਪਤ ਹੁੰਦਾ ਹੈ 1/3 A ਨੂੰ 1/3 ਪ੍ਰਾਪਤ ਹੁੰਦਾ ਹੈ ਕਿੰਨਾ B ਅਤੇ C ਦਾ ਇਹਦਾ ਮਤਲਬ A ਦਾ A ਰੇਸ਼ੋ A upon B plus C ਕਿੰਨਾ ਹੋਏਗਾ 1:3 1 ਤੇ 3 ਦਾ ਟੋਟਲ ਕਿੰਨਾ ਹੋ ਗਿਆ 4 मतलब A plus B plus C ਦੀ ਵੈਲਿਊ ਕਿੰਨੀ ਹੋਗੀ 4 ਤੇ ਸਾਨੂੰ A plus B plus C ਦੀ ਵੈਲਿਊ ਕਿੰਨੀ ਦੇ ਰੱਖੀ ਹੈ 3000 3 यूनिट की वैल्यू 3000 तो 1 यूनिट की वैल्यू 3000 बटा 4 मतलब 750 हुण 1 यूनिट की वैल्यू 750 है तो A भी 1 यूनिट ही है तो मतलब A की वैल्यू 1 यूनिट मतलब 750 जेड़ा है अपना आंसर आ जाएगा A की वैल्यू पूछता तो फटाक आंसर आ गया सीगा अगली लाइन विच कहंदा है B नू 2/3 प्राप्त हुंदा है जिन्ना A ते C नू प्राप्त हुंदा है B नू A ਤੇ C ਦਾ B ਨੂੰ A ਤੇ C ਦਾ 2/3 ਪ੍ਰਾਪਤ ਹੁੰਦਾ ਹੈ ਠੀਕ ਹੈ ਤਾਂ 2 ਤੇ 3 ਦਾ ਟੋਟਲ ਕਿੰਨਾ ਹੋ ਗਿਆ 5 2 ਤੇ 3 ਦਾ ਟੋਟਲ ਕਿੰਨਾ ਹੋ ਗਿਆ 5 ਤੇ 5 ਯੂਨਿਟ ਦੀ ਵੈਲਿਊ ਕਿੰਨੀ ਹੋਗੀ 3000 1 ਯੂਨਿਟ ਦੀ ਵੈਲਿਊ ਕਿੰਨੀ ਹੋਗੀ 5 6 30 600 B ਦਾ ਕਿੰਨਾ ਵੈਲਿਊ ਹੈ 2 ਯੂਨਿਟ B ਸਾਡੇ ਕੋਲ ਕਿੰਨਾ ਯੂਨਿਟ ਹੈ 2 ਯੂਨਿਟ 2 * 600 मतलब 1200 2 * 600 मतलब 1200 A ਨੂੰ ਮਿਲਦੇ ਹਨ 750 ਤੇ B ਨੂੰ ਮਿਲਦੇ ਹਨ 1200 A ਦਾ ਪਤਾ ਚੱਲ ਗਿਆ 750 B ਦਾ ਪਤਾ ਚੱਲ ਗਿਆ 1200 1950 ਤੇ 3000 ਵਿੱਚੋਂ 1950 ਗਏ ਤਾਂ 1050 C ਦੀ ਵੈਲਿਊ ਕਿੰਨੀ ਆ ਚੁੱਕੀ ਹੈ 1050 ਜਿਹੜੀ ਹੈ ਸਾਡੇ ਕੋਲ C ਦੀ ਵੈਲਿਊ ਆ ਚੁੱਕੀ ਹੈ ਇਸ ਕੁਐਸਚਨ ਨੂੰ ਘੱਟ ਤੋਂ ਘੱਟ 3-4 ਵਾਰੀ ਤੁਸੀਂ ਆਪਦੇ ਹੱਥਾਂ ਰਾਹੀਂ ਕਰਨਾ ਹੈ ਠੀਕ ਹੈ ਇਸ ਟਾਈਪ ਦਾ ਸਵਾਲ ਤੁਹਾਡੇ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ ठीक है क्वेश्चन नोट करना है फिर 2 तो 3 ਵਾਰੀ ਘੱਟ ਤੋਂ ਘੱਟ ਆਪਦੇ ਹੱਥਾਂ ਰਾਹੀਂ ਪਹਿਲੇ 2 ਤੋਂ 3 ਵਾਰੀ ਸਮਝਣਾ ਹੈ ਕੀ ਹੋ ਰਿਹਾ ਹੈ ਸਵਾਲ ਵਿੱਚ ਕਿਸ ਦਾ ਰੇਸ਼ੋ ਦੇ ਰੱਖਿਆ ਹੈ ਕਿੱਦਾਂ ਕਿੱਦਾਂ ਵੈਲਿਊ ਨਿਕਲੇਗੀ ਉਹ ਉਹਦੇ ਚੋਂ ਟੋਟਲ ਚੋਂ ਮਾਈਨਸ ਹੋ ਕੇ C ਦੀ ਵੈਲਿਊ ਕਿੱਦਾਂ ਨਿਕਲੇਗੀ ਠੀਕ ਹੈ ਹਾਂਜੀ ਸਮਝ ਰਹੇ ਹੋ ਨਾ ਪੂਰੀ ਗੱਲ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਠੀਕ ਹੈ ਲੋ ਜੀ ਜਿੰਨੇ ਵੀ ਸਵਾਲ ਤੁਹਾਡੇ ਕੋਲ ਪੁੱਛੇ ਗਏ ਹਨ ਉਹ ਤੁਸੀਂ ਕਮੈਂਟ ਰਾਹੀਂ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਹੈ ਆਪਾਂ ਅਗਲਾ ਸਵਾਲ ਕਰਦੇ ਹਾਂ ਅਗਲਾ ਸਵਾਲ कहता है ओ अंश या पिन लभो जो 1/27 का ਉਹੀ अनुपात रखती है जो 3/7 का 5/2 नाल हुंदा है find the fraction which bears the same ratio 1/27 that 3/7 does to 5/9 कहता है एक फ्रैक्शन लभो जिहदा 1/27 नाल ਉਹੀ रेशो है जो 3/7 का 5/9 ਦੇ ਨਾਲ है 3/7 ਦਾ 5/9 ਦੇ ਨਾਲ ਹੈ ਹਾਂਜੀ ਕਦੇ ਵੀ ਇਸ ਟਾਈਪ ਦਾ ਸਵਾਲ ਆਵੇ ਤਾਂ ਅੰਦਰ ਵਾਲਿਆਂ ਨੂੰ ਅੰਦਰ ਵਾਲਾ ਨਾਲ ਗੁਣਾ ਬਾਹਰ ਵਾਲਿਆਂ ਨੂੰ ਬਾਹਰ ਨਾਲ ਗੁਣਾ ਠੀਕ ਹੈ 1/27 ਗੁਣਾ 3/7 ਬਰਾਬਰ x ਗੁਣਾ 5/9 ਇਹ 5/9 इधर जाके 9/5 हो जाएगा ठीक है 1/27 गुणा 3/7 गुणा 9/5 ठीक है बराबर x 9 × 27 27 ਨਾਲ 27 कट गया 7 × 5 35 7 × 5 35 तो आंसर आ जाएगा 1/35 1/35 ਜਿਹੜਾ ਹੈ ਆਪਣਾ ਬਿਲਕੁਲ ਸਹੀ ਆंसर ਆ ਜਾਏਗਾ ਠੀਕ ਹੈ ਇਸ ਨੂੰ ਤੁਸੀਂ ਕਰੋਗੇ 1/35 ਬੀ ਆਪਸ਼ਨ ਠੀਕ ਹੈ 1/45 ਨਹੀਂ ਹੋਏਗਾ ਇੱਥੇ ਹੋਏਗਾ 1/35 ਠੀਕ ਹੈ ਕਦੇ ਵੀ 4 ਨੰਬਰ A B C ਤੇ D ਸਮਾਨੁਪਾਤ ਵਿੱਚ ਹਨ ਪ੍ਰੋਪੋਰਸ਼ਨ ਹਨ ਪ੍ਰੋਪੋਰਸ਼ਨ ਦਾ ਮਤਲਬ ਹੁੰਦਾ ਹੈ ਸਮਾਨੁਪਾਤ ਹਨ ਤਾਂ B * C ਤੇ A * D बराबर होएगा A * D की होएगा बराबर होएगा ठीक है जब भी A B C D प्रोपोर्शन ਹਨ ਤਾਂ A B C D प्रोपोर्शनेट ਹਨ ਤਾਂ ਕੀ ਹੋਏਗਾ ਅੰਦਰ ਵਾਲਾਂ ਦਾ ਗੁਣਾ ਤੇ ਬਾਹਰ ਵਾਲਾਂ ਦਾ ਗੁਣਾ ਬਰਾਬਰ ਹੋਏਗਾ ਲੋ ਜੀ ਅਗਲੇ ਸਵਾਲ ਦੀ ਗੱਲ ਕਰਦੇ ਹਾਂ ਤੇ ਲਾਸਟ ਸਵਾਲ ਦੀ ਗੱਲ ਆਪਾਂ ਕਰਦੇ ਹਾਂ ਠੀਕ ਹੈ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਜਿਹੜੇ ਵੀ ਬੱਚੇ ਨੂੰ पूरी वीडियो देख रहे हो ज़्यादा तो ज़्यादा वीडियो ਨੂੰ शेयर करना है चैनल ਨੂੰ सब्सक्राइब करना है ਤੇ ਬੈਲ ਆਈਕਨ ਨੂੰ ਦਬਾਉਣਾ नहीं भूलना है कमेंट राही कोई भी गल पूछ सकते हो व्हाट्सएप करके भी ले सकते हो कुछ भी ठीक है तो शेयर करना नहीं भूलना हर बच्चे ने आपका स्टेटस लगाना है फेसबुक इंस्टाग्राम जो भी चीज़ तुसी सोशल मीडिया यूज करते हो ਜਿਹੜੇ भी कोने में इस वीडियो ਨੂੰ पहुंचा सकते हो जरूर पहुंचाना है ठीक है जेकर अनुपात 3:2:5 ਵਿੱਚ
ਤਿੰਨ ਸੰਖਿਆਵਾਂ ਇਸ ਤਰ੍ਹਾਂ ਹੋਣ ਕਿ ਉਹਨਾਂ ਦੇ ਵਰਗਾਂ ਦਾ ਜੋੜ 1862 ਹੈ। ਸਮ ਆਫ ਦਾ ਸਕੁਆਇਰਸ, 3 ਨੰਬਰ ਹਨ 3:2:5, ਠੀਕ ਹੈ ਜੀ। ਮਤਲਬ ਇਹ ਹੋ ਗਏ 3x 2x ਤੇ 5x। ਇਹਨਾਂ ਦੇ ਵਰਗਾਂ ਦਾ ਜੋੜ 9x², 4x², 5x²। ਇਹਨਾਂ ਦੇ ਵਰਗਾਂ ਦਾ ਜੋੜ ਕਿੰਨਾ ਦੇ ਰੱਖਿਆ ਹੈ ਆਪਾਂ ਨੂੰ 1862, ਠੀਕ ਹੈ। 9 ਤੇ 4 13, 13 ਤੇ 5 18, 18x² = 1862। 5 4 9 ਤੇ 9 18, 5 5 25 ਹੋएगा तो ये हो जाएगा 38, ठीक है। 9 ਤੇ 4 13 15 38 हो जाएगा। x², 38 का स्क्वायर हो जाता है, ठीक है। 9 8 72, 38 5 हो जाएगा 1900, ठीक है। 49, 1862 बटा 38 करोगे तो तुहाडे कोल कट जाएगा 19 ते 49 ते, ठीक है। x² = 49, तो x² = 49 तो x की वैल्यू आ जाएगी 7। साडे कोल पूछा गया बराबर होवे तां विचकारला अनुपात की होएगा ते मिडल वन की होएगा। मिडल हो गया 2, ठीक है। 2x की वैल्यू अपने कोल पूछी है, गुणा 2 गुणा 7 मतलब 14 जेड़ा है विचकारला अनुपात हो जाएगा। तुहानू की 3 रेशो दे रखे हैं, उन्हां दे स्क्वायर्स दा सम तुहानू दे रखा है। तुसी रेशो दे स्क्वायर्स दा सम करिया, रेशो दे स्क्वायर्स दे सम दी तुसी कंपैरिजन करी ओरिजिनल वैल्यू नाल, 1 यूनिट की वैल्यू कढ ली, 1 यूनिट की वैल्यू कढण तो बाद जेड़ा पूछे सी उहदे नाल मल्टीप्लाई कर दिता, ठीक है। दोस्तों आज की क्लास विच इन्ना ही, तुसी दसना है कमेंट राही क्लास तुहानू किदां लगी। आई होप बहुत जबरदस्त ते बहुत वधिया लगी। बाय बाय, टेक केयर, आपदा ख्याल रखना है, आपकी तैयारी नू बहुत बेहतरीन लैवल तक लेके जाना है ते सरकारी नौकरी पाके दिखानी है, आपदे माँ बाप का नाम रोशन करना है, आपदे गुरुआं का नाम रोशन करना है। बाय बाय, आपदा ख्याल रखिए।